एवरीवन वेलकम टू स्ट्रेट शॉर्टकट हेयर स्टडी बिकम्स ਈਜ਼ੀਅਰ। ਜਿਵੇਂ ਆਪਾਂ ਨੂੰ ਪਤਾ ਜੀ ਪੂਰੇ ਪੰਜਾਬ ਦੇ ਵਿੱਚ ਕੋਵਿਡ ਦੀ ਦੂਸਰੀ ਲਹਿਰ ਚੱਲ ਰਹੀ ਹੈ, ਜਿਹਦੇ ਕਰਕੇ ਬਹੁਤ ਸਾਰੀ ਚੀਜ਼ਾਂ ਦੀ ਰੈਸਟ੍ਰਿਕਸ਼ਨਸ ਜਿਹੜੀਆਂ ਲਗਾਈਆਂ ਗਈਆਂ ਨੇ ਤੇ ਕੋਵਿਡ ਦੇ ਰਿਗਾਰਡਿੰਗ ਨਵੀਆਂ ਇੰਸਟਰਕਸ਼ਨਸ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਹੁਣੀ ਚੀਫ ਮਿਨਿਸਟਰ ਪੰਜਾਬ ਦੀ ਸਾਰੇ ਮੰਤਰੀਆਂ ਨਾਲ ਜਿਹੜੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚੋਂ ਜਿਹੜੀ ਵੀ ਰੈਸਟ੍ਰਿਕਸ਼ਨਸ ਐਂਡ ਨਵੇਂ ਜਿਹੜੀਆਂ ਇੰਸਟਰਕਸ਼ਨਸ ਨਿਕਲ ਕੇ ਆ ਰਹੇ ਨੇ ਉਹਦੇ ਬਾਰੇ ਆਪਾਂ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਹਾਂ। ਹਾਂਜੀ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸੀਐਮ ਰਿਵਿਊ ਸਿਚੁਏਸ਼ਨਸ ਆਰਡਰ ਸਿਨੇਮਾ ਬਾਰਸ ਜਿਮਸ ਕੋਚਿੰਗ ਸੈਂਟਰ ਸਪੋਰਟ ਕੰਪਲੈਕਸਿਸ ਟੂ ਬੀ ਸ਼ਟ ਅਪ੍ਰੈਲ 2030 ਤੇ ਇਹ 20 ਤੋਂ 30 ਤੱਕ ਜਿਹੜੇ ਆ ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ ਜੀ। ਸਿਨੇਮਾ ਬਾਰਸ ਜਿਮ ਕੋਚਿੰਗ ਸੈਂਟਰ ਨਵੀਂ ਨਾਲ ਹੀ ਸੈਕਿੰਡ ਪੁਆਇੰਟ ਉਹਨਾਂ ਨੇ ਬੋਲਿਆ ਜੀ ਬੈਨ ਔਨ ਗੈਦਰਿੰਗਸ ਆਫ ਓਵਰ 20 ਇਨਕਲੂਡਿੰਗ ਐਟ ਵੈਡਿੰਗ ਐਂਡ ਫਿਊਨਰਲਸ ਤੇ ਕਿਸੇ ਡੈਥ ਵਗੈਰਾ ਤੇ ਸਿਰਫ 20 ਦੀ ਜਿਹੜੀ ਹੈ ਗੈਦਰਿੰਗ ਹੋਏਗੀ ਤੇ 10 ਗੈਦਰਿੰਗਸ ਓਨਲੀ ਵਿਦ ਪ੍ਰਾਇਰ ਪਰਮਿਸ਼ਨ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਅਗਰ ਜਿਹੜੇ ਵਿਆਹ ਸ਼ਾਦੀ ਹੈਗੇ ਜਾਂ ਫਿਊਨਰਲਸ ਹੈਗੀਆਂ ਉਹ 'ਤੇ 20 ਬੰਦੇ ਜਿਹੜੇ ਗੈਦਰ ਇਕੱਠੇ ਹੋ ਸਕਦੇ ਆ, ਲੇਕਿਨ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ, ਜ਼ਿਆਦਾ 'ਤੇ ਬੈਨ ਹੈ। ਲੇਕਿਨ ਅਗਰ 20 ਤੋਂ ਉੱਤੇ ਤੁਹਾਨੂੰ 10 ਹੋਰ ਲੈ ਕੇ ਜਾਣੇ ਆ ਤਾਂ ਉਹ 10 ਜਿਹੜੀ ਹੈ ਉਹਦੀ ਪਹਿਲਾਂ ਪ੍ਰਾਇਰ ਪਰਮਿਸ਼ਨ ਲੈਣੀ ਪਵੇਗੀ। ਥਰਡ ਉਹਨਾਂ ਨੇ ਬੋਲਿਆ ਜੀ ਰੈਸਟੋਰੈਂਟ ਜਿਹੜੇ ਹੈ ਉਹ ਵੀ ਕਲੋਜ਼ ਰਹਿਣਗੇ, ਕਲੋਜ਼ਡ ਔਨ ਸੰਡੇ ਓਨਲੀ ਹੋਮ ਡਿਲੀਵਰੀਜ਼ ਟੇਕ ਅਵੇਜ਼ ਅਲਾਊਡ ਆਰ ਅਦਰਸ। ਹਾਂਜੀ, ਰੈਸਟੋਰੈਂਟਸ ਜਿਹੜੇ ਆ ਸਾਰੇ ਜਿਹੜੇ ਬਾਕੀ ਅਦਰ ਡੇਜ਼ ਦੇਖੋ ਤੇ ਲਿਖਿਆ ਹੋਇਆ ਕਿ ਅਦਰ ਡੇਜ਼ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਸੀਟਿੰਗ ਜਿਹੜੀ ਆ ਉਹ ਅਲਾਊਡ ਨਹੀਂ ਰਹੀ ਹੋਏਗੀ। ਹੋਮ ਡਿਲੀਵਰੀ ਉਹ ਕਰ ਸਕਦੇ ਅਦਰ ਡੇਜ਼ ਦੇ ਵਿੱਚ, ਟੇਕ ਅਵੇ ਜਿਹੜਾ ਅਲਾਉ ਕੀਤਾ ਹੈਗਾ। ਲੇਕਿਨ ਸੰਡੇਜ਼ ਨੂੰ ਰੈਸਟੋਰੈਂਟ ਜਿਹੜੇ ਆ ਟੋਟਲੀ ਬੰਦ ਰਹਿਣਗੇ, ਯਾਨੀ ਕਿ ਉਸ ਦਿਨ ਹੋਮ ਡਿਲੀਵਰੀ ਜਾਂ ਟੇਕ ਅਵੇ ਵੀ ਅਲਾਉਡ ਨਹੀਂ ਹੋਏਗਾ। ਲੇਕਿਨ ਅਦਰ ਡੇਜ਼ ਦੇ ਵਿੱਚ ਸਿਰਫ ਹੋਮ ਡਿਲੀਵਰੀ ਤੇ ਟੇਕ ਅਵੇ ਅਲਾਉਡ ਹੈ, ਬਟ ਸੀਟਿੰਗ ਅਲਾਉਡ ਨਹੀਂ ਹੈ ਰੈਸਟੋਰੈਂਟਸ ਦੇ ਵਿੱਚ। ਉਸ ਤੋਂ ਬਾਅਦ ਵੀਕਲੀ ਮਾਰਕੀਟ ਦੇ ਰਿਗਾਰਡਿੰਗ ਵੀਕਲੀ ਮਾਰਕੀਟਸ ਟੂ ਰਿਮੇਨ ਸ਼ਟ ਮੋਲਸ ਸ਼ੋਪਸ ਮਾਰਕੀਟਸ ਟੂ ਬੀ ਕਲੋਜ਼ਡ ਔਨ ਸੰਡੇਜ਼। ਤੇ ਸੰਡੇਜ਼ ਨੂੰ ਵੀਕਲੀ ਮਾਰਕੀਟਸ ਵੀ ਬੰਦ ਰਹਿਣਗੀਆਂ, ਬਾਕੀ ਮੋਲ ਸ਼ੋਪਸ ਜਿਹੜੀਆਂ ਨੇ ਜਾਂ ਅਦਰ ਮਾਰਕੀਟਸ ਆ ਉਹ ਵੀ ਸੰਡੇਜ਼ ਨੂੰ ਸਾਰੀਆਂ ਬੰਦ ਰਹਿਣਗੀਆਂ। ਤੇ ਅੱਗੇ ਉਸ ਤੋਂ ਬਾਅਦ ਲਿਖਿਆ ਜੀ ਪੰਜਾਬ ਦੇ ਵਿੱਚ ਅਗਰ ਕੋਈ ਬਾਹਰੋਂ ਆਉਂਦਾ ਤਾਂ ਉਹਦੇ ਲਈ 72 ਘੰਟੇ ਤੋਂ ਪਹਿਲਾਂ ਜਿਹੜੀ ਇੱਕ ਉਹਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਤੇ ਜਿਹੜੇ ਲਾਰਜ ਗੈਦਰਿੰਗ ਦੇ ਵਿੱਚੋਂ ਆਉਂਦੇ ਆ ਤਾਂ ਉਹ 5 ਡੇ ਹੋਮ ਕੁਆਰੰਟੀਨ ਦੇ ਵਿੱਚ ਰਹਿਣਗੇ ਪਹਿਲਾਂ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਐਜ਼ ਕੋਵਿਡ ਕੇਸਿਸ ਕੰਟੀਨਿਊ ਟੂ ਰਾਈਜ਼ ਰੈਪਿਡਲੀ ਅਕਰੋਸ ਦ ਕੰਟਰੀ ਇਨਕਲੂਡਿੰਗ ਇਨ ਪੰਜਾਬ, ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਔਨ ਮੰਡੇ ordered strictly restrictions beginning tomorrow including extensions of night curfew। ਨਾਈਟ ਕਰਫਿਊ ਦਾ ਟਾਈਮ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਜੀ, 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫਿਊ ਰਹੇਗਾ, ਜਿਹਦੇ ਵਿੱਚ ਬਾਰ ਸਿਨੇਮਾ ਹਾਲ ਜਿਮਸ ਸਪਾਸ ਕੋਚਿੰਗ ਸੈਂਟਰ ਸਪੋਰਟਸ ਕੰਪਲੈਕਸਿਸ ਰੈਸਟੋਰੈਂਟਸ ਐਂਡ ਹੋਟਲਸ ਟੂ ਬੀ ਓਪਨ ਓਨਲੀ ਫॉर ਟੇਕ ਅਵੇ ਐਂਡ ਹੋਮ ਡਿਲੀਵਰੀ ਫਰੋਮ ਮੰਡੇ ਟੂ ਸੈਟਰਡੇ। ਉਸ ਤੋਂ ਬਾਅਦ ਉਹਨਾਂ ਨੇ ਬੋਲੇ ਕਿ ਰੇਟਸ ਫॉर RT-PCR ਐਂਡ ਰੈਪਿਡ ਐਂਟੀਜਨ ਟੈਸਟਿੰਗ ਯਾਨੀ ਕਿ RAT ਬਾਈ ਪ੍ਰਾਈਵੇਟ ਲੈਬਸ ਹੈਵ ਬੀਨ ਰਿਡਿਊਸ ਟੂ 450 to 300। ਤਾਂ ਉਹਦਾ ਜਿਹੜਾ ਪ੍ਰਾਈਸ ਸੀਗਾ ਜੀ ਟੈਸਟ ਕਰਾਉਣ ਦਾ RAT ਰੈਪਿਡ ਐਂਟੀਜਨ ਟੈਸਟਿੰਗ, ਉਹਦਾ ਜਿਹੜਾ ਪ੍ਰਾਈਸ ਹੈ ਉਹ 450 ਤੋਂ 300 ਰੁਪਏ ਤੱਕ ਘਟਾ ਦਿੱਤਾ ਗਿਆ, 300 ਰੁਪਏ ਹੋਏਗਾ ਹੁਣ, ਵਿਦ ਐਡੀਸ਼ਨਲ ਚਾਰजेस ਫॉर ਹੋਮ ਕਲੈਕਸ਼ਨ ਆਫ ਦ ਸੈਂਪਲਸ ਇਨ ਅ ਬਿਡ ਟੂ ਪ੍ਰਮੋਟ ਇਨਕਰੀਜ਼ਡ ਟੈਸਟਿੰਗ। ਤੇ ਨਾਲ ਹੀ ਉਹਨਾਂ ਨੇ ਬੋਲਿਆ ਕਿ ਜਿਹੜੀ ਗੈਦਰਿੰਗ ਹੈ 20 ਤੋਂ ਜਿਹੜੀ ਆਪਾਂ ਗੱਲ ਕਰੀ ਚੁੱਕੇ 20 ਤੋਂ ਜ਼ਿਆਦਾ ਦੀ ਗੈਦਰਿੰਗ ਜਿਹੜੀ ਉਹ ਬੈਨ ਕਰ ਦਿੱਤੀ ਗਈ ਹੈ। ਅਗਰ 10 ਤੋਂ ਹੋਰ ਜਿਹੜੇ ਤੁਹਾਨੂੰ ਐਕਸਟਰਾ ਲੈ ਕੇ ਜਾਣੇ ਆ ਤਾਂ ਉਹਦੀ ਪਹਿਲਾਂ ਪਰਮਿਸ਼ਨ ਲੈਣੀ ਪਏਗੀ। ਉਸ ਤੋਂ ਬਾਅਦ ਸਾਰੇ ਪੁਆਇੰਟਸ ਹੋਈ ਆ ਜੀ ਕੀ ਹੈ ਕਿ ਟਰਾਂਸਪੋਰਟ ਡਿਪਾਰਟਮੈਂਟ ਦੈਟ ਨੰਬਰ ਆਫ ਪੀਪਲ ਇਨ ਬੱਸਿਸ ਔਰ ਟੈਕਸੀਜ਼ ਐਂਡ ਆਟੋਜ਼ ਬੀ ਰੈਸਟ੍ਰਿਕਟਡ ਟੂ 50% ਆਫ ਦ ਕੈਪੈਸਿਟੀ। ਬਿਲਕੁਲ ਜਿਵੇਂ ਪਹਿਲਾਂ ਕੀਤਾ ਗਿਆ ਸੀ, ਜਿੰਨੀ ਕੈਪੈਸਿਟੀ ਹੈਗੀ ਹੈ ਬੱਸ ਦੀ ਟੈਕਸੀ ਦੀ ਤਾਂ ਉਹਨਾਂ ਦੇ 50% ਜਿਹੜੇ ਆ ਉਹਦੇ ਵਿੱਚ ਉਨੇ ਪੈਸੰਜਰਸ ਬੈਠ ਸਕਦੇ ਆ। ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਜਿਹੜੇ RAT ਟੈਸਟਿੰਗ ਬੂਥਸ ਹੈਗੇ ਸ਼ੁੱਡ ਬੀ ਸੈਟ ਅਪ ਐਟ ਬੱਸ ਸਟੈਂਡਸ ਐਂਡ ਰੇਲਵੇ ਸਟੇਸ਼ਨਸ ਐਂਡ 올 ਪੈਸੰਜਰਸ ਚੈੱਕਡ। ਤਾਂ ਜਿੰਨੇ ਵੀ ਪੈਸੰਜਰਸ ਆ ਰਹੇ ਆ ਜਾਂ ਜਾ ਰਹੇ ਆ ਉਹਨਾਂ ਦੀ ਜਿਹੜੀ ਟੈਸਟਿੰਗ ਹੋ ਸਕੇ, ਇਸ ਕਰਕੇ ਜਿੰਨੇ ਵੀ ਟੈਸਟਿੰਗ ਬੂਥਸ ਹੈਗੇ ਆ ਉਹ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ ਦੇ ਕੋਲ ਲਗਾਏ ਜਾਣ। ਉਸ ਤੋਂ ਬਾਅਦ ਪਟਵਾਰੀ ਦੀ ਨਿਊਜ਼ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾ ਕੇ ਦੱਸੀ ਹੈ ਜੀ। ਪਟਵਾਰੀ ਦੇ ਐਗਜ਼ਾਮਸ ਜਿਹੜੇ ਪੋਸਟਪੋਨ ਹੋ ਚੁੱਕੇ ਆ, ਬਾਕੀ MBBS BDS BMS ਫਸਟ ਈਅਰ ਨਰਸਿੰਗ ਦੇ ਜਿਹੜੇ ਐਗਜ਼ਾਮ ਹੈਗੇ ਆ ਉਹ ਵੀ ਪੋਸਟਪੋਨ ਹੋ ਚੁੱਕੇ ਆ। ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਆਨਲਾਈਨ ਐਗਜ਼ਾਮੀਨੇਸ਼ਨਸ ਹੋਣੇ ਸੀ ਉਹ ਸਾਰੇ ਪੋਸਟਪੋਨ ਹੋ ਚੁੱਕੇ ਆ ਜੀ। ਇਸ ਤੋਂ ਇਲਾਵਾ ਆਪਾਂ ਨੂੰ ਪਤਾ ਹੈ ਜੀ ਕੋਵਿਡ ਦੇ ਚੱਲਦੇ ਕਰਕੇ ਸਾਰੇ ਹੀ ਐਗਜ਼ਾਮ ਜਿਹੜੇ ਪੋਸਟਪੋਨ ਕੀਤੇ ਜਾ ਰਹੇ ਆ, ਚਾਹੇ ਉਹ ਬੋਰਡ ਐਗਜ਼ਾਮਸ ਹੋਣ, ਨੀਟ PG ਹੋਵੇ ਜਾਂ ਫਿਰ JEE ਮੇਨਸ ਐਗਜ਼ਾਮ ਹੋਵੇ, ਤਾਂ ਸਾਰੇ ਹੀ ਤਰ੍ਹਾਂ ਦੇ ਐਗਜ਼ਾਮ ਜਿਹੜੇ ਪੋਸਟਪੋਨ ਹੋ ਰਹੇ ਆ। ਤਾਂ ਉਹਨਾਂ ਨੇ ਪ੍ਰਾਈਵੇਟ ਹੋਸਪੀਟਲ ਨੂੰ ਅਪੀਲ ਕੀਤੀ ਹੈ ਜੀ ਕਿ ਉਹ ਪ੍ਰਾਈਵੇਟ ਹੋਸਪੀਟਲਸ ਦੇ ਵਿੱਚ ਜਿੰਨੀ ਵੀ ਕੈਪੈਸਿਟੀ ਹੈ, ਜਿੰਨੇ ਵੀ ਬੈਡਸ ਹੈ, ਉਹਦੇ ਵਿੱਚੋਂ 75% ਬੈਡਸ ਜਿਹੜੇ ਉਹ ਕੋਵਿਡ ਪੇਸ਼ੈਂਟ ਲਈ ਰਿਜ਼ਰਵ ਰਹਿਣਗੇ। ਉਹਨਾਂ ਨੇ ਕਿਹਾ ਮਈ 15 ਤੱਕ ਜੀ ਸਾਰੀ ਜਿਹੜੀ ਇਲੈਕਟਿਵ ਸਰਜਰੀਜ਼ ਆ ਉਹਨਾਂ ਨੂੰ ਪੋਸਟਪੋਨ ਕੀਤਾ ਜਾਵੇ, ਕੋਈ ਵੀ ਇਲੈਕਟਿਵ ਸਰਜਰੀ ਨਾ ਕੀਤੀ ਜਾਵੇ। 75% ਬੈਡਸ ਜਿਹੜੇ ਰਿਜ਼ਰਵ ਰੱਖੇ ਜਾਣ, ਨਾਲ ਹੀ L3 ਫੈਸਿਲਿਟੀਜ਼ ਵੀ ਜਿਹੜੀ ਉਹ ਰਿਜ਼ਰਵ ਰੱਖੀ ਜਾਵੇ ਕੋਵਿਡ ਪੇਸ਼ੈਂਟਸ ਲਈ। ਤੇ ਨਾਲ ਹੀ OPD ਪੇਸ਼ੈਂਟ ਅਗਰ ਕੋਈ ਆਉਂਦਾ ਤਾਂ ਉਹਦਾ ਪਹਿਲਾਂ ਟੈਸਟ ਕੀਤਾ ਜਾਵੇ, ਉਸਨੂੰ ਵੈਕਸੀਨੇਟ ਕਰਨ ਤੋਂ ਪਹਿਲਾਂ ਜਿਹੜਾ ਉਸ ਦਾ ਪਹਿਲਾਂ ਟੈਸਟ ਹੋਏਗਾ ਕੋਵਿਡ ਐਂਡ ਫਿਰ ਉਸਨੂੰ ਜਿਹੜੇ ਵੈਕਸੀਨ ਦਿੱਤੀ ਜਾਏਗੀ। ਇਹ ਨਵੀਂ ਜਿਹੜੀ ਉਹਨਾਂ ਨੇ ਹਦਾਇਤ ਜਾਰੀ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 104 ਇਹ ਇੱਕ ਹੈਲਪਲਾਈਨ ਨੰਬਰ ਉਹਨਾਂ ਨੇ ਦਿੱਤਾ ਹੈ। ਦ 104 ਹੈਲਪਲਾਈਨ ਸ਼ੈਲ ਫੰਕਸ਼ਨ 24/7 ਟੂ ਪ੍ਰੋਵਾਈਡ ਇਨਫੋਰਮੇਸ਼ਨ ਔਨ ਬੈੱਡ ਅਵੇਲੇਬਿਲਿਟੀ ਇਨ ਦ ਗਵਰਨਮੈਂਟ ਐਂਡ ਪ੍ਰਾਈਵੇਟ ਹੋਸਪੀਟਲਸ। ਤੇ ਜੇ ਆਪਾਂ ਇਹ ਪਤਾ ਕਰਨਾ ਹੈ ਕਿ ਗਵਰਨਮੈਂਟ ਔਰ ਪ੍ਰਾਈਵੇਟ ਹੋਸਪੀਟਲਸ ਦੇ ਵਿੱਚ ਬੈੱਡ ਅਵੇਲੇਬਲ ਹੈ ਜਾਂ ਨਹੀਂ, ਜਾਂ ਕਿੰਨੇ ਅਵੇਲੇਬਲ ਹੈ, ਤਾਂ ਉਹਦੇ ਬਾਰੇ ਇਨਫੋਰਮੇਸ਼ਨ ਆਪਾਂ 104 ਤੇ ਕਾਲ ਕਰਕੇ ਲੈ ਸਕਦੇ ਹਾਂ। ਇਹ ਹੈਲਪਲਾਈਨ 24/7 ਜਿਹੜੀ ਔਨ ਰਹੇਗੀ। ਹਾਂਜੀ, ਤੇ ਇਹ ਸੀਗੀਆਂ ਜੀ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਤੇ ਇੰਸਟਰਕਸ਼ਨਸ ਜਿਹੜੀਆਂ
ਹੁਣੇ-ਹੁਣੇ ਸੀਐਮ ਦੁਆਰਾ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਕੋਵਿਡ ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਕੋਚਿੰਗ ਸੈਂਟਰ ਵਗੈਰਾ ਸਾਰੇ ਜਿਹੜੇ ਅਪ੍ਰੈਲ 20 ਤੋਂ ਲੈ ਕੇ 30 ਤੱਕ ਸਾਰੇ ਬੰਦ ਰਹਿਣਗੇ। ਹਰ ਇੱਕ ਚੀਜ਼ ਜਿਹੜੀ ਉਹ ਬੰਦ ਰਹੇਗੀ। ਬਾਕੀ ਗੈਦਰਿੰਗਸ 'ਤੇ ਵੀ ਰੈਸਟ੍ਰਿਕਸ਼ਨਸ ਲਗਾ ਦਿੱਤੀ ਗਈ ਹੈ। ਐਗਜ਼ਾਮਸ ਜਿਹੜੇ ਆ ਪੋਸਟਪੋਨ ਕਰ ਦਿੱਤੇ ਗਏ ਆ। ਮਾਰਕੀਟਸ ਨੂੰ ਬੰਦ ਕਰਨ ਦੇ ਰਿਗਾਰਡਿੰਗ ਤੇ ਨਾਈਟ ਕਰਫਿਊ ਦੇ ਰਿਗਾਰਡਿੰਗ ਨਵੀਂ ਇੰਸਟਰਕਸ਼ਨਸ ਜਿਹੜੀ ਜਾਰੀ ਕੀਤੀਆਂ ਗਈਆਂ ਨੇ। ਪ੍ਰਾਈਵੇਟ ਹਸਪੀਟਲਸ ਦੇ ਜਿਹੜੇ ਬੈੱਡਸ ਹੈਗੇ ਆ ਤੇ ਫੈਸਿਲਿਟੀਜ਼ ਹੈਗੀਆਂ ਨੇ ਉਹ 75% ਜਿਹੜੀਆਂ ਰਿਜ਼ਰਵ ਰੱਖੀਆਂ ਗਈਆਂ ਨੇ, ਜਿੱਥੇ ਇਲੈਕਟਿਵ ਸਰਜਰੀ ਵੀ ਜਿਹੜੀ ਹੈ ਉਹ ਮਈ 15 ਤੱਕ ਜਿਹੜੀ ਨਾ ਕਰਨ ਦੀ ਜਿਹੜੀ ਹਦਾਇਤ ਦਿੱਤੀ ਗਈ ਹੈ। ਤੇ ਕਾਫੀ ਸਾਰੀਆਂ ਹਦਾਇਤਾਂ ਸੀਗੀਆਂ ਜਿਹੜੀਆਂ ਜੀ ਹੁਣੇ ਜਾਰੀ ਕੀਤੀਆਂ ਗਈਆਂ ਨੇ। ਤੇ ਸਾਰਿਆਂ ਨੂੰ ਇਹੀ ਜਿਹੜੀ ਹੈ ਮੇਰੇ ਵੱਲੋਂ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਘਰੇ ਰਹੋ। ਕੰਮ ਬਹੁਤ ਹੀ ਲੋੜ ਪੈਣ 'ਤੇ ਹੀ ਘਰੋਂ ਨਿਕਲੋ, ਤੇ ਜਦੋਂ ਵੀ ਤੁਸੀਂ ਘਰੋਂ ਨਿਕਲੋ ਤਾਂ ਮਾਸਕ ਜ਼ਰੂਰ ਪਾਓ ਤੇ ਵੱਧ ਤੋਂ ਵੱਧ ਜਿਹੜਾ ਸੈਨੀਟਾਈਜ਼ਰ ਨੂੰ ਯੂਜ਼ ਕਰੋ। ਜਿਵੇਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਜਾਂ ਬਾਹਰ ਤੋਂ ਘਰ ਆਉਂਦੇ ਹੋ ਤਾਂ ਸੈਨੀਟਾਈਜ਼ਰ ਨਾਲ ਆਪਣੇ ਹੱਥ ਨੂੰ ਜ਼ਰੂਰ ਸਾਫ਼ ਕਰੋ, ਸਾਬਣ ਨਾਲ ਜ਼ਰੂਰ ਹੱਥ ਨੂੰ ਸਾਫ਼ ਕਰੋ, ਪੈਰਾਂ ਨੂੰ ਵੀ ਸਾਫ਼ ਕਰੋ। ਤੇ ਇਸ ਤੋਂ ਇਲਾਵਾ ਵੱਧ ਤੋਂ ਵੱਧ ਜਿੰਨੀਆਂ ਵੀ ਤੁਸੀਂ ਆਪਣੀ ਕੇਅਰ ਕਰ ਸਕਦੇ ਹੋ ਉਨੀ ਕੇਅਰ ਕਰੋ, ਜਿਸ ਦੇ ਵਿੱਚ ਤੁਹਾਡਾ ਵੀ ਜਿਹੜੀ ਇਹ ਸੇਫਟੀ ਹੈ ਤੇ ਨਾਲ ਤੁਹਾਡੇ ਘਰਦਿਆਂ ਦੀ ਵੀ ਸੇਫਟੀ ਹੈ। ਤੇ ਇਹ ਸੀਗੀ ਜੀ ਇਨਫੋਰਮੇਸ਼ਨ। ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਯੂਜ਼ਫੁਲ ਰਹੀ ਹੋਏਗੀ। ਇਸ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।